सतनाम श्री वाहिगुरु साहिब जी। हम अवगुण भरे एक गुण नाही, अमृत छाड़ विखै विखाई। माया मोह भरम पै धूले, सुत दारा स्यों प्रीत लगाई। एक उत्तम पंथ सुनियो गुर संगत, कह मिलंत जम त्रास मिटाई। एक अरदास पाठ कीरत की, गुरु रामदास राखो शरनाई। गुरु रामदास राखो शरनाई। जेता जियो बिन सब तेरा, तू अंतरजामी पुरख भगवान। दासन दास कह जन नानक, जेहा तू कराए तेहा हों करी वख्यान। सतनाम श्री वाहिगुरु साहिब जी। सोठ महला पंजवा। घर पहला ते तुके, एक ओंकार सतगुर प्रसाद। किस हों जाची किस आराधी, जा सब को गीता होसी। जो जो दिसै वड्डा वडेरा, सो सो खाकू रलसी। निरभो निरंकार भव खंडन, सब सुख नवनिध देसे। वाहिगुरु जी का खालसा, वाहिगुरु जी की फतेह। परम सत्कारयोग जुगो जुग अटल चवर छतर तख्त दे मालक। सहबे कमाल शब्द गुरु धन धन श्री गुरु ग्रंथ साहिब जी महाराज। दीन दुनिया दे मालक बख्शिश की है। सतगुरु जी ने सतसंगत करन दा, गुरबाणी नाल जुड़न दा वडभागा समा आपां नूं बख्शिया है। इस समय श्री आसा की वार दे कीर्तन होए ਹਨ। उपरंत गुरबाणी की जो लड़ीवार कथा इस पावन स्थान ते चल रही है। ते तहत सोठ राग चल रहा है। इस समय सोठ राग दे विच पंचम पातशाह जी की बाणी आरंभता हो रही है। इस तो पहला धन गुरु नानक देव जी महाराज, धन गुरु अमरदास जी महाराज और धन गुरु रामदास महाराज जी की बाणी आ चुकी है। 608 अंग ते श्री गुरु अर्जन देव महाराज जी की बाणी की आरंभता हो रही है। धन धन श्री गुरु अर्जन देव जी महाराज सच्चे पातशाह जी पावन बाणी के द्वारा समस्त संसार दे मनुखता नूं, संसार दे सारे ही मनुखा नूं अकाल पुरख वाहिगुरु जी की इबादत करन दा, भगती करन दा उपदेश करते हैं। ते पातशाह जी कहते वो अकाल पुरख वाहिगुरु ही सारिਆਂ ਨੂੰ रिजक देण वाला है। इस करके किसी होर कोलों क्यों आपां मंगीए, भाव किसी होर दे क्यों आजिज होईए। अकाल पुरख वाहिगुरु दे नाल ही जुड़ना करिए। सो सतगुरु जी ऐसे जिहड़े गुरमुख वाहिगुरु दे आधार रहिंदे हन, आसरे रहिंदे हन, उन्हां दी अवस्था बयान कीती है। अते वो गुरमुख होरां नूं भी वाहिगुरु परमात्मा की टेक विच रहण दा उपदेश करते हैं। साहिब सच्चे पातशाह धन गुरु अर्जन देव जी महाराज
ਬਖਸ਼ਿਸ਼ ਕਰ ਰਹੇ ਹਨ। ਸੋਠ ਮਹੱਲਾ ਪੰਜਵਾਂ। ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਫਰਮਾਨ ਕਰ ਰਹੇ ਨੇ, ਬਾਣੀ ਉਚਾਰਨ ਕਰ ਰਹੇ ਨੇ। ਔਰ ਇੱਥੇ ਜਿਹੜੇ ਸ਼ਬਦ ਆਉਣੇ ਨੇ ਇਹ ਪਹਿਲੇ ਘਰ ਵਿੱਚ ਗਾਣ ਦਾ ਹੁਕਮ ਹੈ ਸੁਰ ਤਾਲ ਦੇ ਮੁਤਾਬਕ। ਤੇ ਤੁਕੇ ਇੱਕ ਪੌੜੀ ਦੇ ਵਿੱਚ ਤਿੰਨ ਤਿੰਨ ਤੁਕਾਂ ਹੋਣਗੀਆਂ। ਜਿੰਨੀਆਂ ਵੀ ਪੌੜੀਆਂ ਹੋਣ, ਭਾਵੇਂ 4 ਨੇ 5 ਨੇ, ਹਰ ਇੱਕ ਪੌੜੀ ਦੇ ਵਿੱਚ 3 ਤੁਕਾਂ ਹੋਣਗੀਆਂ। ਤਾਂ ਇਹ ਨਾਲ ਲਿਖਿਆ ਹੈ ਤੇ ਤੁਕੇ। ਸੋਠ ਮਹੱਲਾ ਪੰਜਵਾਂ। ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਦਾ ਮੰਗਲਾਚਰਨ ਕੀਤਾ ਹੈ। ਪੰਚਮ ਪਾਤਸ਼ਾਹ ਕਹਿੰਦੇ ਵਾਹਿਗੁਰੂ ਇੱਕ ਹੈ, ਅਦੁੱਤੀ ਸ਼ਕਤੀ ਹੈ, ਉਸੇ ਤੋਂ ਸੰਸਾਰ ਬਣਦਾ ਹੈ, ਪਾਲਣਾ ਹੁੰਦੀ, ਲੈਤਾ ਹੁੰਦੀ ਹੈ। ਭਾਵ ਸਰਵ ਕਲਾ ਸਮਰੱਥ ਹੈ। ਉਸ ਦੀ ਪ੍ਰਾਪਤੀ ਹੀ ਮਨੁੱਖ ਦਾ ਜੀਵਨ ਲਕਸ਼ ਹੈ। ਉਹ ਪ੍ਰਾਪਤ ਕਿਵੇਂ ਹੁੰਦਾ ਹੈ? ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇੱਕ ਕਿਸ ਹੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ। ਗੁਰਮੁਖ ਬੰਦਗੀ ਕਰਨ ਵਾਲੇ, ਰੱਬ ਦੀ ਨਾਮ ਨੂੰ ਜਪਣ ਵਾਲੇ, ਭਾਵੇਂ ਉਹ ਕਿਸੇ ਧਰਮ ਵਿੱਚ ਵੀ ਹੋਣ, ਉਹ ਕੇਵਲ ਵਾਹਿਗੁਰੂ ਦੇ ਆਸਰੇ ਹੀ ਰਹਿੰਦੇ ਹਨ। ਤੇ ਉਹਨਾਂ ਦੇ ਕੋਲ ਇਹ ਸਵਾਲ ਕੀਤਾ ਜਾਵੇ ਵੀ ਤੁਸੀਂ ਕਿਸੇ ਰਾਜੇ ਦੇ ਕੋਲੋਂ ਜਾ ਕੇ ਕੁਝ ਲੈ ਲਵੋ, ਕਿਸੇ ਰਾਜੇ ਦੀ ਨੌਕਰੀ ਕਰ ਲਵੋ, ਤਾਂ ਗੁਰਮੁਖ ਭਗਤ ਕਹਿੰਦੇ ਨੇ ਕਿਸ ਹੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ। ਕਿਸੇ ਹੋਰ ਕੋਲ ਕਿਉਂ ਜਾ ਕੇ ਜਾਚਨਾ ਕਰੀਏ, ਕਿਸੇ ਹੋਰ ਦੇਵੀ ਦੇਵਤੇ ਦੀ ਕਿਉਂ ਆਰਾਧਨਾ ਕਰੀਏ, ਕਿਉਂਕਿ ਸਾਰਾ ਕੁਝ ਉਸ ਵਾਹਿਗੁਰੂ ਦਾ ਹੀ ਕੀਤਾ ਹੋਇਆ ਹੈ। ਜਿਵੇਂ ਭਾਈ ਲਹਿਣਾ ਜੀ ਭਾਵ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜ਼ਿਕਰ ਆਉਂਦਾ ਕਿ ਉਹ ਪਹਿਲਾਂ ਦੇਵੀ ਦੀ ਹਰ ਸਾਲ ਯਾਤਰਾ ਕਰਨ ਜਾਂਦੇ ਸਨ। ਪਹਿਲਾਂ ਉਹਨਾਂ ਦੇ ਪਿਤਾ ਬਾਬਾ ਫੇਰੂਮੱਲ ਜੀ, ਉਹਨਾਂ ਤੋਂ ਬਾਅਦ ਭਾਈ ਲਹਿਣਾ ਜੀ ਨੂੰ ਉਹ ਜਿਹੜੀ ਹੈ ਪਦਵੀ ਮਿਲ ਗਈ ਜਥੇਦਾਰੀ ਵਾਲੀ, ਤਾਂ ਉਹ ਹਰ ਸਾਲ ਜਾਂਦੇ ਸਨ। ਜਿਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਮਿਲਾਪ ਹੋਇਆ, ਅਸਲ ਵਿੱਚ ਪਹਿਲਾਂ ਇਹਨਾਂ ਨੂੰ ਭਾਈ ਯੋਧ ਜੀ, ਜੋ ਇਹਨਾਂ ਦੇ ਨਗਰ ਵਿੱਚ ਰਹਿਣ ਵਾਲੇ ਗੁਰਸਿੱਖ ਸਨ, ਬੜੀ ਬੰਦਗੀ ਵਾਲੇ, ਬਾਣੀ ਪੜ੍ਹਨ ਵਾਲੇ, ਉਹਨਾਂ ਦਾ ਜੀਵਨ ਵੇਖ ਕੇ ਤੇ ਉਹਨਾਂ ਕੋਲੋਂ ਬਾਣੀ ਸੁਣ ਕੇ ਇਹਨਾਂ ਦਾ ਮਨ ਬਣਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦਾ। ਉਹ ਭਾਈ ਸਿੱਖ ਸੀ, ਭਾਈ ਯੋਧ ਰਾਏ। ਉਹਨਾਂ ਦੀ ਪ੍ਰੇਰਨਾ ਸਦਕਾ ਹੀ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ। ਤੇ ਜਦੋਂ ਕਹਿੰਦੇ ਹਨ ਇੱਕ ਦਿਨ ਐਸਾ ਹੋਇਆ, ਰਾਤ ਨੂੰ ਕੀ ਵੇਖਦੇ ਨੇ ਕਿ ਜਿਸ ਦੇਵੀ ਦੀ ਯਾਤਰਾ ਕਰਨ ਜਾਂਦੇ ਨੇ ਉਹ ਦੇਵੀ ਬਹੁਤ ਰਾਣੀਆਂ ਵਾਲਾ ਜੀਵਨ ਬਣਾ ਕਰਕੇ, ਉਸ ਤਰ੍ਹਾਂ ਦੇ ਗਹਿਣੇ ਭੂਸ਼ਣ ਪਾ ਕੇ ਝਾੜੂ ਮਾਰੀ। ਪੁੱਛਿਆ ਕੌਣ ਹੋ ਤੁਸੀਂ? ਕਹਿਣ ਲੱਗੇ ਭਾਈ ਲਹਿਣਾ ਜੀ ਮੈਂ ਉਹੀ ਦੇਵੀ ਹਾਂ ਜਿਸ ਦੀ ਤੁਸੀਂ ਯਾਤਰਾ ਕਰਨ ਜਾਂਦੇ ਹੋ। ਇੱਥੇ ਆਉਣ ਦਾ ਕੀ ਕਾਰਨ? ਕਹਿੰਦੇ ਗੁਰੂ ਨਾਨਕ ਦੇਵ ਜੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤਾਂ ਆਪ ਨਿਰੰਕਾਰ ਹਨ। ਜਿਵੇਂ ਭੱਟ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਬਾਰੇ ਵੀ ਇਹ ਬਚਨ ਆਖਦੇ ਨੇ, ਗੁਰ ਅਰਜਨ ਪ੍ਰਤੱਖ ਹਰ, ਕਿਉਂਕਿ ਉਹੀ ਜੋਤ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਅੱਜ ਆਪਾਂ ਵੇਖਦੇ ਹਾਂ ਕਈ ਸਾਡੇ ਪ੍ਰਚਾਰਕ ਜਾਂ ਲੋਕ ਇਸ ਤਰ੍ਹਾਂ ਦੇ ਉਹ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਆਮ ਮਨੁੱਖ ਦੀ ਤਰ੍ਹਾਂ ਹੀ ਦੱਸਣਾ ਚਾਹੁੰਦੇ ਨੇ। 10 ਰੂਪਾਂ ਵਿੱਚ ਉਹੀ ਨਿਰੰਕਾਰੀ ਜੋਤ ਵਰਤੀ ਹੈ। ਔਰ ਗੁਰਬਾਣੀ ਨੇ ਇਹ ਵੀ ਆਖਿਆ ਹੈ ਕਿ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ
ਨਾ ਹੀ ਭੇਦ। ਪਰਮੇਸ਼ਵਰ ਵਿੱਚ ਗੁਰੂ ਵਿੱਚ ਕੋਈ ਫਰਕ ਨਹੀਂ ਹੈ। ਸੋ ਸਾਧ ਸੰਗਤ ਫਿਰ ਭਾਈ ਲਹਿਣਾ ਜੀ ਕਹਿੰਦੇ ਫਿਰ ਮੈਨੂੰ ਤੇਰੇ ਕੋਲ ਜਾਣ ਦੀ ਕੀ ਲੋੜ ਹੈ। ਤੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਨਾਲ ਐਸੇ ਜੁੜੇ ਉਹੀ ਰੂਪ ਹੋ ਗਏ। ਕਿਸ ਹੋਂ ਜਾਚੀ, ਜਾਚੀ ਦਾ ਅਰਥ ਜਾਚਨਾ ਕਰਨਾ, ਮੰਗਣਾ। ਕਿਸੇ ਹੋਰ ਕੋਲੋਂ ਕਿਉਂ ਜਾ ਕੇ ਮੰਗੀਏ। ਕਿਸ ਅਰਾਧੀ ਹੋਰ ਕਿਹਦੀ ਰੱਦ ਨਾ ਕਰੀਏ। ਰੱਬ ਵਰਗਾ ਕੋਈ ਹੋਰ ਹੈ ਹੀ ਨਹੀਂ। ਜਾ ਸਭ ਕੋ ਕੀਤਾ ਹੋਸੀ, ਸਾਰਾ ਕੁਝ ਉਹਦਾ ਹੀ ਬਣਾਇਆ ਹੋਇਆ ਹੈ। ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਜਿਹਦੇ ਵੀ ਵੱਡੇ ਵੱਡੇ ਰਾਜੇ ਮਹਾਰਾਜੇ ਦੁਨੀਆ ਵਿੱਚ ਦਿਖਾਈ ਦਿੰਦੇ ਨੇ, ਮਹਾਰਾਜ ਕਹਿੰਦੇ ਇਹਨਾਂ ਦਾ ਮੁਹਤਾਜ ਨਾ ਹੋਈ। ਪਰਮਾਤਮਾ ਦੀ ਬੰਦਗੀ ਛੱਡ ਕੇ ਇਹਨਾਂ ਦਾ ਮੁਹਤਾਜ ਨਾ ਹੋਈ। ਇਹ ਤਾਂ ਵੱਡੇ ਵੱਡੇ ਦੁਨੀਆ ਦੇ ਰਾਜੇ ਖਾਕ ਦੇ ਵਿੱਚ ਰਲ ਗਏ, ਪਤਾ ਨਹੀਂ ਕਿੰਨੇ ਕੁ ਰਲ ਗਏ, ਕੋਈ ਗਿਣਤੀ ਹੀ ਨਹੀਂ ਹੈ। ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵ ਨਿਧ ਦੇਸੀ। ਵਾਹਿਗੁਰੂ ਨਿਰਭਉ ਹੈ, ਉਹਨੂੰ ਕਿਸੇ ਕੋਲੋਂ ਡਰ ਨਹੀਂ ਲੱਗਦਾ। ਨਿਰੰਕਾਰ ਆਕਾਰ ਤੋਂ ਰਹਿਤ ਹੈ। ਭਵ ਖੰਡਨ, ਜੋ ਆਵਾਗਮਨ 84 ਜਨਮ ਮਰਨ ਦਾ ਗੇੜਾ ਉਹਨੂੰ ਖੰਡਨ ਕਰਨ ਵਾਲਾ ਹੈ। ਸਾਰੇ ਦੁੱਖ, 9 ਨਿਧੀਆਂ, 9 ਤਰ੍ਹਾਂ ਦੀਆਂ ਦੌਲਤਾਂ ਸੰਸਾਰ ਦੇ ਵਿੱਚ ਹਨ। ਉਹ ਸਾਰੀਆਂ ਦੌਲਤਾਂ, ਸਾਰੇ ਖਜ਼ਾਨੇ ਦੇਣ ਵਾਲਾ ਹੈ। ਹਰ ਜੀਓ ਤੇਰੀ ਦਾਤੀ ਰਾਜਾ। ਹੇ ਵਾਹਿਗੁਰੂ, ਮੈਂ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਹੀ ਰੱਜ ਸਕਦਾ ਹਾਂ ਵਾ ਰੱਜਦਾ ਹਾਂ। ਮਾਨਸ ਵਪੜਾ ਕਿਆ ਸਲਾਈ, ਕਿਆ ਤਿਸ ਕਾ ਮੋਤਾਜਾ। ਮਨੁੱਖ ਵਿਚਾਰਾ ਕੀ ਹੈ, ਇਹਦੀ ਕੁਝ ਪਾਇਆ ਨਹੀਂ। ਇਹ ਤਾਂ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹੈ। ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਕਿ ਜਿਹੜੀ ਸੰਸਾਰ ਦੀ ਰਚਨਾ ਹੈ ਇਹ ਇਸ ਤਰ੍ਹਾਂ ਹੈ, ਜਿਵੇਂ ਪਾਣੀ ਦੇ ਬੁਲਬੁਲੇ ਪੈਦਾ ਹੁੰਦੇ ਨੇ, ਇਹ ਫਿਰ ਨਾਸ ਹੋ ਜਾਂਦੇ ਨੇ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਆਪਾਂ ਮਨੁੱਖ ਪਦਾਰਥ ਨੂੰ ਪਾ ਕੇ, ਸ਼ਕਤੀ ਨੂੰ ਪਾ ਕੇ ਹੰਕਾਰੀ ਹੋ ਜਾਂਦਾ ਵੀ ਮੇਰੇ ਵਰਗਾ ਹੁਣ ਦੁਨੀਆ 'ਤੇ ਕੋਈ ਪੈਦਾ ਹੀ ਨਹੀਂ ਹੋਣਾ। ਮਹਾਰਾਜ ਕਹਿੰਦੇ ਜਿਵੇਂ ਪਾਣੀ ਵਿੱਚ ਬੁਲਬੁਲੇ ਕਿੰਨੇ ਪੈਦਾ ਹੁੰਦੇ ਨੇ ਤੇ ਕਿੰਨੇ ਨਾਸ ਹੋ ਜਾਂਦੇ ਨੇ ਇੱਕ ਛਿਨ ਦੇ ਵਿੱਚ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਉਹੀ ਹਾਲ ਸਾਡਾ ਹੈ। ਇਸ ਕਰਕੇ ਮਨੁੱਖ ਵਿਚਾਰਾ ਕੀ ਹੈ, ਮਨੁੱਖ ਦੀ ਤਾਂ ਕੁਝ ਵੀ ਪਾਇਆ ਨਹੀਂ ਹੈ। ਮਾਨਸ ਵਪੜਾ ਕਿਆ ਸਲਾਈ, ਤੇ ਫਿਰ ਐਸੇ ਮਨੁੱਖ ਵਿਚਾਰੇ ਦੀ ਕੀ ਸਲਾਹ ਕਰੇ, ਪ੍ਰੀਤ ਉਹਦੀ ਸਿਫਤ ਸਲਾਹ ਕਰੀਏ, ਉਹਦੀ ਵਡਿਆਈ ਕਰੀਏ। ਕਿਆ ਤਿਸ ਕਾ ਮੁਹਤਾਜਾ, ਉਹਦੀ ਮੁਹਤਾਜਗੀ ਕਿਉਂ ਕਰੀਏ, ਕਿਉਂਕਿ ਉਹ ਤਾਂ ਆਪ ਮੁਹਤਾਜ ਹੈ। ਉਹ ਤਾਂ ਆਪ ਮੰਗਤਾ ਹੈ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਮਹਾਰਾਜ, ਜਿਨ ਹਰ ਧਿਆਇਆ ਸਭ ਕੀ ਤਿਸ ਕਾ, ਤਿਸ ਕੀ ਭੂਖ ਗਵਾਈ। ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ ਉਹਨਾਂ ਨੂੰ ਸਭ ਕੁਝ ਹੀ ਮਿਲ ਗਿਆ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਉਹਨਾਂ ਦੀ ਸਾਰੀ ਭੁੱਖ ਮਨ ਦੀ ਜਿਹੜੀ ਸੀ ਉਹ ਗਵਾ ਦਿੱਤੀ। ਐਸਾ ਧਨ ਦੀਆ ਸੁਖ ਦਾਤੈ, ਨਿਖੁੱਟ ਨਾ ਕਵੀ ਜਾਈ। ਐਸਾ ਵਾਹਿਗੁਰੂ ਨੇ ਨਾਮ ਧਨ ਦੇ ਦਿੱਤਾ, ਇਹ ਕਦੇ ਖੁੱਟਦਾ ਨਹੀਂ, ਖਤਮ ਨਹੀਂ ਹੁੰਦਾ। ਦੁਨਿਆਵੀ ਧਨ ਆਪਾਂ ਵੇਖਦੇ ਹਾਂ, ਕਿੰਨਾ ਵੀ ਮਨੁੱਖ ਨੇ ਜੋੜਿਆ ਹੋਵੇ ਉਹਨੂੰ ਖਰਚਣ ਲੱਗ ਜਾਵੋ ਉਹ ਖਤਮ ਹੋ ਜਾਂਦਾ ਹੈ। ਵਾਹਿਗੁਰੂ ਦੇ ਨਾਮ ਧਨ ਦੀ ਬਰਕਤ ਐਸੀ ਹੈ, ਇਹ ਕਦੇ ਖਤਮ ਨਹੀਂ ਹੁੰਦਾ। ਐਸੀ ਉਸ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਆਨੰਦ ਪਿਆ ਸੁਖ ਸਹਿ ਸਮਾਣੇ, ਸਤਿਗੁਰ ਮੇਲ ਮਿਲਾਈ। ਜੀਵਨ ਆਨੰਦ ਨਾਲ ਭਰ ਗਿਆ, ਸੁੱਖ ਹੀ ਸੁੱਖ ਔਰ ਸਹਿਜ ਅਵਸਥਾ ਮਿਲ ਗਈ। ਸਹਿਜ ਅਵਸਥਾ ਵਿੱਚ ਕੀ ਹੈ, ਮਨ ਦੀ ਕਲਪਨਾ ਸਾਰੀ ਖਤਮ ਹੋ ਗਈ। ਸਰੀਰ ਕੰਮ ਜ਼ਰੂਰ ਕਰਦਾ ਹੈ ਪਰ ਹੁਣ ਮਨ ਦੀ ਕਲਪਨਾ, ਮਨ ਨਹੀਂ ਜਾਂਦਾ ਉਸ ਪਾਸੇ। ਐਸੀ ਉਹ ਅਵਸਥਾ ਪ੍ਰਾਪਤ ਹੋ ਗਈ। ਸਹਿਜ ਅਵਸਥਾ ਦੁਆਰਾ ਵਾਹਿਗੁਰੂ ਵੀ ਸਮਾਏ। ਤੇ ਇਹ ਕਲਾ ਵਰਤੀ ਕਿਵੇਂ ਹੈ, ਸਤਿਗੁਰ ਮੇਲ ਮਿਲਾਈ। ਸਤਿਗੁਰੂ ਨੇ ਸਾਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ।
ਇਹ ਆਨੰਦ ਦੀ ਅਵਸਥਾ ਸਤਿਗੁਰੂ ਦੁਆਰਾ ਮਿਲਦੀ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰੋਜ਼ ਆਪਾਂ ਪੜ੍ਹਦੇ ਹਾਂ ਪਰ ਇਹਨੂੰ ਵਿਚਾਰਦੇ ਨਹੀਂ। ਅਸਲ ਵਿੱਚ ਇੱਥੇ ਸਤਿਗੁਰੂ ਕਹਿ ਕੀ ਰਹੇ ਨੇ, ਹਵਾ ਪੜ੍ਹੀ ਜਾ ਰਹੇ ਹਾਂ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਉਹ ਅੰਦਰ ਦੀ ਅਵਸਥਾ ਦਾ ਸਾਰਾ ਉਹ ਜ਼ਿਕਰ ਹੈ। ਆਨੰਦ ਸਾਹਿਬ ਦੀ ਬਾਣੀ ਮਹਾਰਾਜ ਨੇ ਉੱਥੇ ਬਖਸ਼ਿਸ਼ ਕੀਤੀ ਹੈ। ਮਨ ਨਾਮ ਜਪ ਨਾਮ ਅਰਾਧ ਅਨਦਿਨ ਨਾਮ ਵਖਾਣੀ। ਇਹ ਮਨ ਨਾਮ ਜਪ, ਨਾਮ ਦੀ ਹੀ ਅਰਾਧਨਾ ਕਰ। ਹਰ ਰੋਜ਼ ਵਾਹਿਗੁਰੂ ਦਾ ਨਾਮ ਜਪ, ਅਨ ਦਿਨ ਨਾਮ ਵਖਾਣੀ। ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ। ਅਤੇ ਸੰਗਤ ਵਿੱਚ ਬੈਠਿਆ ਕਰ। ਜਿਵੇਂ ਜਿਵੇਂ ਮਨੁੱਖ ਗੁਰਮੁਖਾਂ ਕੋਲੋਂ ਨਾਮ ਬਾਣੀ ਦਾ ਉਪਦੇਸ਼ ਸੁਣਦਾ ਹੈ ਧਿਆਨ ਨਾਲ, ਉਹਨੂੰ ਜਮਾਂ ਦਾ ਡਰ ਵੀ ਨਹੀਂ ਰਹਿੰਦਾ, ਮੌਤ ਦਾ ਡਰ ਵੀ ਨਹੀਂ ਰਹਿੰਦਾ, ਜਮਾਂ ਦੀ ਮੁਤਾਜਗੀ ਵੀ ਮੁੱਕ ਜਾਂਦੀ ਹੈ। ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ। ਜਿਨ੍ਹਾਂ ਦੇ ਉੱਪਰ ਮੇਰਾ ਵਾਹਿਗੁਰੂ ਕਿਰਪਾਲੂ ਹੁੰਦਾ, ਉਹਨਾਂ ਦੀ ਨਿਸ਼ਾਨੀ ਕੀ ਹੈ? ਉਹ ਗੁਰੂ ਦੀ ਬਾਣੀ ਨਾਲ ਜੁੜ ਜਾਂਦੇ ਨੇ। ਇਹ ਇੱਕ ਥਰਮਾਮੀਟਰ ਹੈ। ਜਿਵੇਂ ਕਿਸੇ ਮਨੁੱਖ ਨੂੰ ਤਾਪ ਚੜ੍ਹਿਆ ਹੋਵੇ ਤੇ ਉਹ ਥਰਮਾਮੀਟਰ ਲਾਉਂਦੇ ਨੇ, ਪਤਾ ਲੱਗ ਜਾਂਦਾ ਹੈ ਬੁਖਾਰ ਕਿੰਨਾ ਚੜ੍ਹਿਆ ਹੋਇਆ ਹੈ। ਹਰ ਇੱਕ ਚੀਜ਼ ਦਾ ਥਰਮਾਮੀਟਰ ਹੈ। ਕੋਈ ਚੀਜ਼ ਅਸਲੀ ਹੈ ਨਕਲੀ ਹੈ, ਉਹ ਥਰਮਾਮੀਟਰ ਲਾਉਂਦੇ ਨੇ, ਉਹ ਦੱਸ ਦਿੰਦੀ ਵੀ ਇਹ ਚੀਜ਼ ਨਕਲੀ ਹੈ ਇਹ ਅਸਲੀ ਹੈ। ਇਸੇ ਤਰ੍ਹਾਂ ਜਿਹਦੇ ਤੇ ਰੱਬ ਕਿਰਪਾਲੂ ਹੈ ਉਹਦੀ ਨਿਸ਼ਾਨੀ ਕੀ ਹੈ? ਉਹ ਬਾਣੀ ਨਾਲ ਜੁੜਿਆ ਹੋਇਆ ਹੈ, ਉਹ ਨਾਮ ਦੇ ਨਾਲ ਜੁੜਿਆ ਹੋਇਆ ਹੈ। ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਿਆਲਾ। ਹੇ ਵਾਹਿਗੁਰੂ ਤੂੰ ਸਾਰਿਆਂ ਜੀਵਾਂ ਤੇ ਦਿਆਲੂ ਹੈ, ਕਿਸੇ ਨਾਲ ਫਰਕ ਨਹੀਂ ਰੱਖਦਾ। ਤੇ ਫਿਰ ਇਹ ਸੰਸਾਰ ਵਿੱਚ ਗਰੀਬ ਤੇ ਅਮੀਰ ਲੋਕ ਕਿਉਂ ਨੇ, ਤੰਦਰੁਸਤ ਅਤੇ ਬਿਮਾਰ ਲੋਕ ਕਿਉਂ ਨੇ? ਜੇ ਰੱਬ ਦਿਆਲੂ ਹੈ, ਸਾਰਿਆਂ ਤੇ ਬਰਾਬਰ ਦਇਆ ਕਰਦਾ, ਤੇ ਸਵਾਲ ਇਹ ਖੜੇ ਹੋ ਸਕਦੇ ਨੇ, ਹੁੰਦੇ ਨੇ ਕਿ ਜੇਕਰ ਇਹ ਗੱਲ ਹੈ ਪਰਮਾਤਮਾ ਦਿਆਲੂ ਹੈ ਸਾਰਿਆਂ ਤੇ ਫਿਰ ਇੱਕੋ ਹੀ ਥਾਂ ਤੇ ਰਹਿਣ ਵਾਲੇ, ਇੱਕੋ ਘਰ ਵਿੱਚ ਰਹਿਣ ਵਾਲੇ, ਇੱਕ ਰੋਗੀ ਹੈ ਇੱਕ ਤੰਦਰੁਸਤ ਹੈ, ਇੱਕ ਗਰੀਬ ਹੈ ਇੱਕ ਅਮੀਰ ਹੈ, ਇਹ ਕੀ ਕਾਰਨ? ਸੰਸਾਰ ਦੇ ਰੂਪ ਕਿਉਂ ਹਨ? ਤਾਂ ਗੁਰਬਾਣੀ ਨੂੰ ਜਦੋਂ ਆਪਾਂ ਵਿਚਾਰੀਏ ਤੇ ਮਹਾਰਾਜ ਕਹਿੰਦੇ ਪਰਮਾਤਮਾ ਤਾਂ ਦਿਆਲੂ ਹੀ ਹੈ। ਮਨੁੱਖ ਦੇ ਆਪਣੇ ਕਰਮਾਂ ਕਰਕੇ ਉਹ ਦਾਤ ਉੱਥੋਂ ਨਹੀਂ ਲੈ ਰਿਹਾ। ਵਾਹਿਗੁਰੂ ਦੇ ਵੱਲੋਂ ਕੋਈ ਫਰਕ ਨਹੀਂ ਰੱਖਿਆ ਗਿਆ। ਪਰ ਜਿਵੇਂ ਵੇਖੋ ਇਹਨੂੰ ਸਮਝ ਲਈਏ ਆਪਾਂ, ਸੂਰਜ ਦੀ ਰੋਸ਼ਨੀ ਆ ਰਹੀ ਹੈ, ਸੂਰਜ ਸਾਰੀਆਂ ਥਾਵਾਂ ਤੇ ਰੋਸ਼ਨੀ ਉਹਦੀ ਬਰਾਬਰ ਪੈ ਰਹੀ ਹੈ, ਪਰ ਕੋਈ ਮਨੁੱਖ ਸੂਰਜ ਨੂੰ ਵੇਖਣਾ ਹੀ ਨਹੀਂ ਚਾਹੁੰਦਾ। ਆਪਣੇ ਘਰ ਦੇ ਦਰਵਾਜ਼ੇ ਖਿੜਕੀਆਂ ਬੰਦ ਕਰ ਲਏ, ਪਰਦੇ ਲਾ ਲਵੇ, ਇਹਦੇ ਵਿੱਚ ਸੂਰਜ ਦਾ ਕੋਈ ਕਸੂਰ ਨਹੀਂ ਹੈ। ਸੂਰਜ ਤਾਂ ਰੋਸ਼ਨੀ ਦੇ ਰਿਹਾ, ਉਹਨੇ ਹੀ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਹਨ। ਇਸੇ ਤਰ੍ਹਾਂ ਪਰਮਾਤਮਾ ਦੀ ਦਇਆ ਤੇ ਬਰਕਰਾਰ ਹੈ। ਮਨੁੱਖ ਪਰਮਾਤਮਾ ਨਾਲੋਂ ਟੁੱਟ ਗਿਆ, ਅਗਿਆਨਤਾ ਦੇ ਦਰਵਾਜ਼ੇ ਲਾ ਲਏ, ਅਗਿਆਨਤਾ ਦੇ ਵਿੱਚ ਪੈ ਗਿਆ, ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਤੁਰ ਪਿਆ। ਇਹਦੇ ਵਿੱਚ ਪਰਮਾਤਮਾ ਦਾ ਕੋਈ ਦੋਸ਼ ਨਹੀਂ ਹੈ, ਉਹ ਤਾਂ ਦਇਆ ਕਰ ਰਿਹਾ। ਹੁਣ ਉਹਦੀ ਸ਼ਰਨ ਵਿੱਚ ਆ ਜਾਵੋ, ਉਹ ਹੁਣੇ ਬਖਸ਼ਿਸ਼ ਕਰ ਦਿੰਦਾ ਹੈ। ਸੂਰਜ ਦੇ ਸਨਮੁਖ ਹੁੰਦਿਆਂ ਹੀ ਉਹਦੀ ਰੋਸ਼ਨੀ ਤੁਹਾਨੂੰ ਮਿਲ ਜਾਵੇਗੀ। ਪਰਮਾਤਮਾ ਦੇ ਸਨਮੁਖ ਹੁੰਦਿਆਂ ਹੀ ਪਰਮਾਤਮਾ ਦੀ ਬਖਸ਼ਿਸ਼ ਮਿਲ ਜਾਂਦੀ ਹੈ। ਪਰਮਾਤਮਾ ਵੱਲੋਂ ਕੋਈ ਫਰਕ ਨਹੀਂ। ਮਨੁੱਖ ਆਪ ਹੀ ਆਪਣੇ ਉੱਪਰ ਇੰਨਾ ਮਾੜੇ ਕਰਮਾਂ ਦਾ ਗਲਬਾ ਪਾ ਲੈਂਦਾ ਹੈ, ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਤੇ ਦੋਸ਼ ਪਰਮਾਤਮਾ ਨੂੰ ਦੇਣ ਲੱਗ ਜਾਂਦਾ ਹੈ। ਜਿਵੇਂ ਕੋਈ ਆਪਣੇ ਘਰ ਵਿੱਚ ਬੈਠਾ ਸੂਰਜ ਨੂੰ ਦੋਸ਼ ਦੇਈ ਜਾਵੇ, ਸੂਰਜ ਮੇਰੇ ਤੱਕ ਰੋਸ਼ਨੀ ਨਹੀਂ ਪਹੁੰਚਾ ਰਿਹਾ, ਸੂਰਜ ਮੇਰੇ ਤੱਕ ਆਪਣੀਆਂ ਕਿਰਨਾਂ ਨਹੀਂ ਪਹੁੰਚਾ ਰਿਹਾ, ਤਾਂ ਉਹਨੂੰ ਆਖਿਆ ਜਾਵੇਗਾ ਭਾਈ ਆਪਣੇ ਘਰ ਤੋਂ ਬਾਹਰ ਨਿਕਲ, ਮਾੜਾ ਜਿਹਾ ਪਤਾ ਲੱਗ ਜਾਏਗਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਤੂੰ ਆਪਣੀ ਅਗਿਆਨਤਾ ਨੂੰ, ਆਪਣੀ ਹਉਮੈ ਨੂੰ
ਵਿਕਾਰਾਂ ਨੂੰ ਛੱਡ ਤੈਨੂੰ ਪਰਮਾਤਮਾ ਦੀ ਦਿਆਲਤਾ ਦਾ ਪਤਾ ਲੱਗ ਜਾਵੇਗਾ। ਉਹ ਤਾਂ ਹਰ ਸਮੇਂ ਬਖਸ਼ਿਸ਼ ਕਰ ਰਿਹਾ ਹੈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਜਦੋਂ ਇਸ ਤਰ੍ਹਾਂ ਸਤ ਸੰਗਤ ਕੀਤੀ ਤਾਂ ਵਾਹਿਗੁਰੂ ਪਰਮਾਤਮਾ ਦੀ ਕਿਰਪਾਲਤਾ ਨਜ਼ਰ ਆ ਗਈ। ਉਹਦੀ ਕਿਰਪਾਲਤਾ ਬਖਸ਼ਿਸ਼ ਸਾਨੂੰ ਮਿਲ ਗਈ। ਜਦੋਂ ਆਪਾਂ ਬਾਣੀ ਦੇ ਨਾਲ ਜੁੜੇ, ਬਾਣੀ ਦੇ ਸਨਮੁਖ ਹੋਏ ਨਾ, ਤੇ ਬਾਣੀ ਕੀ ਹੈ? ਵਾਹੋ ਵਾਹ, ਬਾਣੀ ਨਿਰੰਕਾਰ ਹੈ, ਬਾਣੀ ਹੀ ਰੱਬ ਹੈ। ਆਪਾਂ ਨੂੰ ਰੱਬ ਨੂੰ ਲੱਭਣ ਦੀ ਲੋੜ ਨਹੀਂ, ਰੱਬ ਆਪਾਂ ਨੂੰ ਮਿਲਿਆ ਹੋਇਆ ਹੈ ਬਾਣੀ ਦੇ ਰੂਪ ਦੇ ਵਿੱਚ। ਬਸ ਬਾਣੀ ਦੇ ਨਾਲ ਜੁੜਨਾ, ਤੁਸੀਂ ਬਾਣੀ ਦਾ ਅਭਿਆਸ ਕਰਨ ਲੱਗ ਜਾਵੋ, ਸਮਝ ਲਓ ਤੁਸੀਂ ਰੱਬ ਦੀ ਕਿਰਪਾ ਪ੍ਰਾਪਤ ਕਰ ਰਹੇ ਹੋ। ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਿਆਲਾ। ਸਾਰਿਆਂ ਜੀਵਾਂ ਤੇ ਤੂੰ ਦਿਆਲਾ ਹੈ, ਕੋਈ ਤੇਰੀ ਕੀਮਤ ਨਹੀਂ ਤਾਰ ਸਕਦਾ। ਭਾਵ ਕੋਈ ਵਾਹਿਗੁਰੂ ਦਾ ਮੁੱਲ ਨਹੀਂ ਪਾ ਸਕਦਾ ਵੀ ਇੰਨੇ ਪਾਠ ਕਰਕੇ ਰੱਬ ਮਿਲ ਜਾਵੇਗਾ। ਇਹ ਕੋਈ ਬੰਦਸ਼ ਨਹੀਂ ਹੈ। ਪਰਮਾਤਮਾ ਕਿਵੇਂ ਪ੍ਰਾਪਤ ਹੋਣਾ ਹੈ, ਪਰਮਾਤਮਾ ਦੀ ਮਰਜ਼ੀ ਹੈ। ਕੋਈ ਉਹਨੂੰ ਕਿਸੇ ਤਰ੍ਹਾਂ ਵੀ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕੋਈ ਸੋਨੇ ਨਾਲ ਪੈਸੇ ਨਾਲ ਉਹਨੂੰ ਖਰੀਦ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਸਭ ਕਿਛ ਕੀਤਾ ਤੇਰਾ ਵਰਤੈ ਕਿਆਮ ਬਾਲ ਗੋਪਾਲਾ। ਇਹ ਵਾਹਿਗੁਰੂ ਸਾਰਾ ਕੁਝ ਤੇਰਾ ਹੀ ਕੀਤਾ ਹੋਇਆ ਹੋ ਰਿਹਾ ਹੈ। ਇਹ ਧਰਤੀ ਤੇ ਜੋ ਕੁਝ ਵੀ ਹੋ ਰਿਹਾ ਹੈ ਨਾ, ਇਹ ਸੂਰਜ ਦੀ ਰੋਸ਼ਨੀ ਕਰਕੇ, ਸੂਰਜ ਦੀ ਤਪਸ਼ ਕਰਕੇ ਹੋ ਰਿਹਾ ਹੈ। ਜਿਹੜੀ ਚੰਦਰਮਾ ਦੀ ਰੋਸ਼ਨੀ ਹੈ ਉਹ ਵੀ ਸੂਰਜ ਦੀ ਰੋਸ਼ਨੀ ਉਹਦੇ ਤੇ ਪੈਂਦੀ ਤੇ ਉਹ ਕਨਵਰਟ ਹੋ ਕੇ ਇੱਦਾਂ ਆਉਂਦੀ ਹੈ। ਬੜੀ ਗਹਿਰੀ ਸਾਇੰਸ ਹੈ। ਸਾਰਾ ਬ੍ਰਹਿਮੰਡ ਇਹ ਸੂਰਜ ਦੀ ਰੋਸ਼ਨੀ ਕਰਕੇ ਸਾਰਾ ਜੀਵਨ ਚੱਲ ਰਿਹਾ ਹੈ। ਇਸੇ ਤਰ੍ਹਾਂ ਸਾਰਾ ਕੁਝ ਰੱਬ ਕਰਕੇ ਹੋ ਰਿਹਾ ਹੈ, ਉਹਦੇ ਨਾਮ ਕਰਕੇ ਹੋ ਰਿਹਾ ਹੈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਵਾਹਿਗੁਰੂ ਅਸੀਂ ਬਾਲਕ ਹਾਂ, ਤੂੰ ਸਾਰਿਆਂ ਨੂੰ ਪਾਲਣ ਵਾਲਾ ਹੈ। ਸਾਡੀ ਸੋਚ ਸਮਝ ਤੋਂ ਸਮਰੱਥਾ ਤੋਂ ਤੂੰ ਪਰੇ ਹੈ। ਸਾਰਾ ਕੁਝ ਤੇਰਾ ਕੀਤਾ ਹੋ ਰਿਹਾ। ਰਾਖ ਲਿਓ ਨਾਨਕ ਜਨ ਤੂੰ ਰਾਜਿਓ ਪਿਤਾ ਪੂਤ ਕਿਰਪਾਲਾ। ਬਸ ਸਾਡੀ ਤੇ ਇਹ ਅਰਦਾਸ ਹੈ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੈ। ਜਿਵੇਂ ਇੱਕ ਪਿਤਾ ਆਪਣੇ ਬੱਚੇ ਦੇ ਔਗੁਣਾਂ ਨੂੰ ਨਹੀਂ ਵੇਖਦਾ, ਬੱਚਾ ਕਿੰਨੀਆਂ ਵੀ ਗਲਤੀਆਂ ਕਰੇ ਉਹ ਮਾਂ ਪਿਓ ਤੋਂ ਖਫਾ ਹੋ ਕੇ ਦੂਰ ਹੋ ਜਾਵੇ, ਸੰਤਾਪ ਹੰਡਾਵੇ, ਦੁੱਖ ਹੰਡਾਵੇ, ਪਰ ਫਿਰ ਆਪਣੇ ਹੰਕਾਰ ਨੂੰ ਛੱਡ ਕੇ ਪਿਓ ਦੇ ਪੈਰੀਂ ਆ ਕੇ ਪੈ ਜਾਵੇ, ਪਿਤਾ ਮੈਨੂੰ ਮਾਫ਼ ਕਰ ਦੇ, ਮੇਰੇ ਤੋਂ ਗੁਨਾਹ ਹੋ ਗਏ, ਪਾਪ ਹੋ ਗਏ, ਹੁਣ ਮੈਂ ਅਗਾਂਹ ਨੂੰ ਨਹੀਂ ਕਰਾਂਗਾ, ਮੈਨੂੰ ਆਪਣੇ ਘਰ ਵਿੱਚ ਥਾਂ ਦੇ ਦੇ। ਦੁਨੀਆ ਵਿੱਚ ਕੋਈ ਐਸਾ ਮਾਂ ਪਿਓ ਨਹੀਂ ਜਿਹੜਾ ਆਪਣੇ ਬੱਚੇ ਨੂੰ ਨਾ ਬਖਸ਼ੇ। ਵਾਹਿਗੁਰੂ ਨਿਰੰਕਾਰ ਦੇ ਆਪਾਂ ਸਾਰੇ ਬੱਚੇ ਹਾਂ, ਬਸ ਉਹਦੀ ਸ਼ਰਨ ਵਿੱਚ ਆ ਜਾਈਏ। ਮਾਲਕ ਅਸੀਂ ਜੀਵ ਔਗੁਣਾਂ ਦੇ ਭਰੇ ਹੋਏ ਹਾਂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਸ਼ਮੇਰੂ ਪਾਵੋ ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਪਿਓ ਦੇ ਹੁਕਮ ਨੂੰ ਮੰਨ ਲੈ ਕਿ ਮੈਂ ਅਗਾਂਹ ਨੂੰ ਗਲਤੀ ਨਹੀਂ ਕਰਾਂਗਾ। ਪਿਓ ਕਹਿੰਦਾ ਫਿਰ ਤੂੰ ਇਹ ਕੰਮ ਕਰ ਹੁਣ, ਕਿਉਂਕਿ ਠੀਕ ਹੈ ਜੀ ਮੈਂ ਉਵੇਂ ਕਰਾਂਗਾ, ਤੇ ਪਿਓ ਬਖਸ਼ ਦਿੰਦਾ, ਕਹਿੰਦਾ ਕੋਈ ਗੱਲ ਨਹੀਂ, ਹੁਣ ਮੇਰਾ ਕਹਿਣਾ ਮੰਨਦਾ ਹੈ। ਪਹਿਲਾਂ ਇਹਨੇ ਬੜੀਆਂ ਗਲਤੀਆਂ ਕੀਤੀਆਂ, ਦੂਰ ਚਲਾ ਗਿਆ ਸੀ, ਪਰ ਹੁਣ ਆ ਗਿਆ ਵਾਪਸ। ਲੋਕ ਕਿੰਨਾ ਵੀ ਕਹਿਣ ਤੇਰਾ ਬੱਚਾ ਗਲਤ ਹੈ, ਉਹ ਕਹਿੰਦਾ ਨਹੀਂ ਪਹਿਲਾਂ ਹੈ ਸੀ, ਹੁਣ ਇਹ ਸੁਧਰ ਗਿਆ, ਹੁਣ ਮੇਰਾ ਕਹਿਣਾ ਮੇਰੇ ਹੁਕਮ ਦੇ ਵਿੱਚ ਆ ਗਿਆ ਹੈ, ਹੁਣ ਇਹ ਸਾਰਾ ਕੰਮ ਠੀਕ ਕਰਦਾ ਹੈ, ਉਹ ਬਖਸ਼ ਲੈਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੇ ਹੁਕਮ ਨੂੰ ਪਛਾਣ ਲਿਆ ਜਾਵੇ, ਦਿਨ ਰਾਤ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋਠ ਮਹੱਲਾ ਪਹਿਲਾ। ਵਾਹਿਗੁਰੂ ਸੋਠ ਮਹੱਲਾ ਪੰਜਵਾਂ। ਘਰ ਪਹਿਲਾ ਚੌਤੁਕੇ। ਸੋਠ ਰਾਗ ਵਿੱਚ ਅਗਲਾ ਸ਼ਬਦ ਮਹਾਰਾਜ ਪੰਚਮ ਪਾਤਸ਼ਾਹ ਔਰ ਪਹਿਲੇ ਘਰ ਵਿੱਚ ਗਾਣ ਦਾ ਇਹਨੂੰ ਹੁਕਮ ਹੈ। ਚੌਤੁਕੇ
ਚਾਰ ਤੁਕਾਂ ਵਾਲਾ ਸ਼ਬਦ। ਹੁਣ ਹਰ ਇੱਕ ਪੌੜੀ ਦੇ ਵਿੱਚ ਚਾਰ ਤੁਕਾਂ ਹੋਣਗੀਆਂ। ਗੁਰ ਗੋਬਿੰਦ ਸਲਾਹੀਐ ਭਾਈ, ਮਨ ਤਨ ਹਿਰਦੈ ਧਾਰ। ਵਾਹਿਗੁਰੂ ਪਰਮਾਤਮਾ ਦੀ ਸਿਫਤ ਕਰੀਏ, ਵਡਿਆਈ ਕਰੀਏ ਕਿਵੇਂ? ਮਨ ਤਨ ਹਿਰਦੈ ਧਾਰ। ਮਨ ਔਰ ਤਨ ਦੁਆਰਾ। ਤਨ ਦੁਆਰਾ ਜਿਵੇਂ ਆਪ ਸੰਗਤਾਂ ਹੁਣ ਸੁਣ ਰਹੀ ਆ, ਇਹ ਵਾਹਿਗੁਰੂ ਦੀ ਸਿਫਤ ਸਲਾਹ ਹੈ। ਰਸਨਾ ਨਾਲ ਜਪਣਾ, ਕੰਨਾਂ ਨਾਲ ਉਹਦੀ ਸਿਫਤ ਸਲਾਹ ਸੁਣਨੀ ਔਰ ਰਸਨਾ ਨਾਲ ਉਹਨੂੰ ਗਾਣਾ, ਇਹ ਹੈ ਤਨ ਦੀ ਸਿਫਤ ਸਲਾਹ। ਔਰ ਮਨ ਵਿੱਚ ਵੀ ਪੂਰੀ ਸ਼ਰਧਾ ਰੱਖ ਕੇ ਮਨ ਵਿੱਚ ਵੀ ਉਹਦੇ ਨਾਮ ਨੂੰ ਧਾਰਨ ਕਰਨਾ ਹੈ। ਸਾਚਾ ਸਾਹਿਬ ਮਨ ਵਸੈ ਭਾਈ, ਇਹਾ ਕਰਨੀ ਸਾਰ। ਇਹ ਸ੍ਰੇਸ਼ਟ ਕਰਨੀ ਸਭ ਨਾਲੋਂ ਕਿ ਜਦੋਂ ਕੋਈ ਨਾਮ ਜਪਦਾ ਹੈ ਤਾਂ ਸੱਚਾ ਸਾਹਿਬ ਉਹਦੇ ਮਨ ਵਿੱਚ ਵਸ ਜਾਂਦਾ। ਇਹ ਕਰਨੀ ਸ੍ਰੇਸ਼ਟ ਹੈ ਸਭ ਨਾਲੋਂ। ਕਰਨੀ ਵਧੀਆ ਕਿਹੜੀ? ਬੰਦਗੀ ਕਰਨੀ। ਆਪਾਂ ਹੋਰ ਸਾਰੇ ਕੰਮ ਕਰਦੇ ਹਾਂ, ਜੇ ਕੋਈ ਆਪਾਂ ਨੂੰ ਪੁੱਛ ਲੇ ਸਭ ਤੋਂ ਵਧੀਆ ਕੰਮ ਕਿਹੜਾ ਹੈ, ਦੁਨੀਆ ਵਿੱਚ ਸਭ ਤੋਂ ਵਧੀਆ ਕੰਮ ਹੈ ਰੱਬ ਦੀ ਬੰਦਗੀ ਕਰਨੀ, ਨਾਮ ਜਪਣਾ, ਸਿਮਰਨ ਕਰਨਾ। ਸਾਰੇ ਸੰਸਾਰ ਦੇ ਜਿੰਨੇ ਵੀ ਕੰਮ ਧੰਦੇ ਨੇ, ਸਾਰਿਆਂ ਨਾਲੋਂ ਵਧੀਆ ਕੰਮ ਹੈ ਵਾਹਿਗੁਰੂ ਦਾ ਨਾਮ ਜਪਣਾ। ਜਿਤ ਤਨ ਨਾਮ ਉਜੈ ਭਾਈ, ਸੇ ਤਨ ਹੋਏ ਸ਼ਾਰ। ਜਿਸ ਤਨ ਦੁਆਰਾ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ ਜਾਂਦੀ, ਉਹ ਤਨ ਸ਼ਾਰ ਦੀ ਤਰ੍ਹਾਂ, ਭਾਵ ਸਵਾਹ ਦੀ ਤਰ੍ਹਾਂ ਹੈ, ਕੁਝ ਵੀ ਨਹੀਂ ਹੈ। ਉਹ ਤਨ ਸ਼ਾਰ ਹੋਇਆ ਸਮਝੋ, ਖਾਕ ਹੈ, ਕੁਝ ਵੀ ਨਹੀਂ ਹੈ। ਆਪਾਂ ਕਹਿੰਦੇ ਇਹ ਤਾਂ ਕੁਝ ਵੀ ਨਹੀਂ, ਇਹ ਤਾਂ ਨਿਰੀ ਖਾਕ ਹੀ ਹੈ, ਭਾਵ ਕੁਝ ਵੀ ਨਹੀਂ ਹੈ। ਜੀਵਨ ਵਿੱਚ ਬੰਦਗੀ, ਜਪ ਤਪ, ਸਿਮਰਨ ਨਹੀਂ ਹੈ, ਭਾਵ ਉਸ ਤਨ 'ਤੇ ਸਵਾਹ ਉੱਡਦੀ ਹੈ, ਭਾਵ ਉਹਦੀ ਬੇਇੱਜ਼ਤੀ ਹੁੰਦੀ ਹੈ। ਉਹ ਤਨ ਨਿਰਾਸ਼ ਚਲਾ ਜਾਂਦਾ ਹੈ। ਸਾਧ ਸੰਗਤ ਕੋ ਵਾਰਿਆ ਭਾਈ, ਜਿਨ ਏਕੰਕਾਰ ਆਧਾਰ। ਉਹਨਾਂ ਗੁਰਮੁਖਾਂ ਤੋਂ ਸਦਕੇ ਜਾਈਏ ਜਿਨ੍ਹਾਂ ਦੇ ਜੀਵਨ ਦਾ ਆਧਾਰ ਵਾਹਿਗੁਰੂ ਦਾ ਨਾਮ ਹੈ। ਕੁਰਬਾਨ ਜਾਈਏ। ਵੇਖੋ ਐਸੀਆਂ ਸੰਗਤਾਂ ਜਿਹੜੇ ਰੋਜ਼ ਸਹਿਜ ਪਾਠ ਕਰਦੇ ਨੇ, ਨੇਮ ਬਣਾਇਆ ਜੀਵਨ ਦਾ। ਰੋਜ਼ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਾਣੀ ਦਾ ਨਿਤਨੇਮ ਬਣਾਇਆ, ਇਹਨੇ ਪਾਠ ਕਰਨੇ, ਇਹਨਾਂ ਸਿਮਰਨ ਕਰਨਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਜੀਵਨ ਦਾ ਆਧਾਰ ਨਾਮ ਬਾਣੀ ਬਣਿਆ ਹੈ, ਉਹਨਾਂ ਤੋਂ ਸਦਕੇ ਜਾਈਏ। ਭਾਈ ਗੁਰਦਾਸ ਜੀ ਨੇ ਬਹੁਤ ਕੁਝ ਲਿਖਿਆ ਗੁਰਸਿੱਖਾਂ 'ਤੇ। ਕੁਰਬਾਨੀ ਤਿਨਾ ਗੁਰਸਿੱਖਾਂ, ਅੰਮ੍ਰਿਤ ਵੇਲੇ ਉੱਠ ਬਹੰਦੇ। ਕੁਰਬਾਨੀ ਤਿਨਾ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰ ਨਾ ਬੰਦੇ। ਕੁਰਬਾਨੀ ਤਿਨਾ ਗੁਰਸਿੱਖਾਂ, ਇੱਕ ਮਨ ਹੋਏ ਗੁਰ ਜਾਪ ਜਪੰਦੇ। ਉਹਨਾਂ ਗੁਰਸਿੱਖਾਂ ਤੋਂ ਸਦਕੇ ਕੁਰਬਾਨ ਜਾਈਏ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਸੋਈ ਸੱਚ ਅਰਾਧਨਾ ਭਾਈ, ਜੀਤੇ ਸਭ ਕੁਛ ਹੋਏ। ਉਸੇ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਨਾ ਜਿਹਦੇ ਤੋਂ ਸਾਰਾ ਕੁਝ ਹੀ ਹੋ ਰਿਹਾ ਹੈ। ਗੁਰ ਪੂਰੈ ਜਨ ਆਇਆ ਭਾਈ, ਤਿਸ ਵੀ ਨਵਰ ਨਾ ਕੋਏ। ਪੂਰੇ ਗੁਰੂ ਨੇ ਜਨਾਤਾ, ਸਮਝਾਤਾ, ਰੱਬ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ। ਜਿਹਨੇ ਸਾਰਿਆਂ ਨੂੰ ਆਧਾਰ ਦਿੱਤਾ ਹੈ, ਆਸਰਾ ਦਿੱਤਾ ਹੋਇਆ ਹੈ, ਉਹਦੇ ਤੋਂ ਬਿਨਾਂ ਕੋਈ ਪੂਜਣ ਯੋਗ ਹੋਰ ਹਸਤੀ ਹੈ ਹੀ ਨਹੀਂ। ਇਹ ਸਾਨੂੰ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਸਮਝਾ ਦਿੱਤਾ। ਰੱਬ ਤੋਂ ਵੱਡਾ ਹੋਰ ਕੋਈ ਨਹੀਂ ਹੈ। ਨਾ ਕਿਸੇ ਮੜੀ ਮੱਟੀ ਕਬਰ ਦੀ, ਨਾ ਕਿਸੇ ਪੀਰ ਫਕੀਰ ਦੀ ਮਜ਼ਾਰ ਨੂੰ ਪੂਜਣਾ ਹੈ। ਸਭ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਮ ਨਾਲ ਜੁੜਨਾ ਰਹਾ। ਉਹ ਨਾਮ ਵਿਹੂਣੇ ਪਚ ਮੂਏ ਭਾਈ, ਗਣਤ ਨਾ ਜਾਏ ਗਣੀ। ਜਿਹੜੇ ਨਾਮ ਤੋਂ ਵਿਹੂਣੇ ਨੇ, ਨਾਮ ਨਹੀਂ ਜਪਦੇ, ਉਹ ਪਚ ਮੂਏ, ਭਾਵ ਔਖੀ ਤਰ੍ਹਾਂ ਹੋ ਕੇ ਖੁਆਰ ਹੋਏ। ਉਹ ਕਿੰਨੇ ਕੁ ਲੋਕ ਹਨ, ਗਿਣਤੀ ਨਹੀਂ ਹੈ, ਜਿਹੜੇ ਇੱਦਾਂ ਮੜੀਆਂ ਮੱਟੀਆਂ ਦੀ ਹੋਰ ਥਾਵਾਂ 'ਤੇ ਜਾਂਦੇ ਨੇ। ਵਿਣ ਸੱਚ ਸੋਚ ਨਾ ਪਾਈਏ ਭਾਈ, ਸਾਚਾ ਅਗਮ ਧਣੀ। ਵਿਣ ਸੱਚੇ ਵਾਹਿਗੁਰੂ ਤੋਂ ਬਿਨਾਂ ਸਾਡਾ ਜੀਵਨ ਪਵਿੱਤਰ ਨਹੀਂ ਹੋ ਸਕਦਾ। ਸੋਚ ਦਾ ਇੱਥੇ ਅਰਥ ਹੈ ਪਵਿੱਤਰਤਾ। ਮਹਾਰਾਜ ਕਹਿੰਦੇ ਵਿਣ ਸੱਚ ਸੋਚ ਨਾ ਪਾਈਏ। ਵਾਹਿਗੁਰੂ ਤੋਂ ਬਿਨਾਂ ਸਾਡਾ ਜੀਵਨ ਪਵਿੱਤਰ ਹੋ ਹੀ ਨਹੀਂ ਸਕਦਾ। ਭਾਈ ਸਾਚਾ ਅਗਮ ਧਣੀ, ਉਹ ਸੱਚਾ ਵਾਹਿਗੁਰੂ ਅਗਮ ਹੈ, ਧਣੀ ਹੈ, ਸਭ ਕੁਝ ਦਾ ਮਾਲਕ ਹੈ। ਆਵਣ ਜਾਣ ਨਾ ਚੁੱਕੀ ਭਾਈ, ਝੂਠੀ ਦੁਣੀ ਵਣੀ। ਮਹਾਰਾਜ ਕਹਿੰਦੇ ਜਿਹੜੇ ਰੱਬ ਦੀ ਬੰਦਗੀ ਨਹੀਂ ਕਰਦੇ, ਉਹਨਾਂ ਦਾ ਆਵਣ ਜਾਵਣ ਨਹੀਂ ਚੁੱਕਦਾ, ਭਾਵ ਉਹ ਆਵਾਗਮਨ 'ਚ ਪਏ ਰਹਿੰਦੇ ਨੇ। ਇਹ ਦੁਨੀਆ ਦਾ ਮਾਨ ਝੂਠਾ ਹੈ। ਝੂਠੀ ਦੁਣੀ ਮਣੀ,
ਦੁਨੀਆ ਦਾ ਮਾਣ ਝੂਠਾ ਹੈ। ਗੁਰਮੁਖ ਕੋਟ ਉਦਾਰ ਦਾ ਭਾਈ ਦੇ ਨਾਵੈ ਏਕ ਕਣੀ। ਗੁਰਮੁਖ ਜਿਹਨੇ ਆਪ ਨਾਮ ਜਪਿਆ ਹੋਰਾਂ ਨੂੰ ਵੀ ਨਾਮ ਦੀ ਕਣੀ ਮਾਤਰ ਨਾਮ ਦੇ ਕੇ ਉਹਨਾਂ ਦਾ ਵੀ ਉਧਾਰ ਕਰ ਦਿੰਦਾ ਹੈ। ਗੁਰਮੁਖ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਮਹਾਂਪੁਰਸ਼ਾਂ ਨੇ ਉਸ ਸਮੇਂ ਵੀ ਲੋਕਾਂ ਦਾ ਉਧਾਰ ਕੀਤਾ। ਜਿੱਥੇ ਬੈਠ ਕੇ ਉਹਨਾਂ ਨੇ ਤਪ ਕੀਤਾ ਉੱਥੋਂ ਲੋਕ ਅੱਜ ਵੀ ਬੰਦਗੀ ਕਰਕੇ ਜੀਵਨ ਨੂੰ ਸਫਲ ਬਣਾ ਰਹੇ ਹਨ। ਅਨੇਕਾਂ ਮਹਾਂਪੁਰਸ਼ਾਂ ਦੇ ਸਥਾਨ ਤੁਸੀਂ ਜਾਓ, ਉਹਨਾਂ ਨੇ ਬੰਦਗੀ ਕੀਤੀ, ਲੋਕ ਉੱਥੇ ਬੈਠੇ ਬੇਅੰਤ ਪਾਠ ਕਰੀ ਜਾਂਦੇ ਨੇ, ਸਿਮਰਨ ਕਰੀ ਜਾਂਦੇ ਨੇ। ਮਹਾਰਾਜ ਕਹਿੰਦੇ ਸਿਮਰਤ ਸਾਸ ਸੋਧਿਆ ਭਾਈ ਬਿਨ ਸਤਿਗੁਰ ਭਰਮ ਨਾ ਜਾਏ। ਸਾਰੇ ਸਿਮਰਤੀਆਂ ਸ਼ਾਸਤਰਾਂ ਨੂੰ ਸੋਧ ਕੇ ਚੰਗੀ ਤਰ੍ਹਾਂ ਘੋ ਕੇ ਵਿਚਾਰ ਕੇ ਦੇਖਿਆ ਹੈ। ਸੱਚੇ ਸਤਿਗੁਰੂ ਤੋਂ ਬਿਨਾਂ ਮਨੁੱਖ ਦਾ ਭਰਮ ਖਤਮ ਨਹੀਂ ਹੁੰਦਾ। ਅਨਕ ਕਰਮ ਕਰ ਥਾਕਿਆ ਭਾਈ ਬਿਰ ਬਿਰ ਬੰਧਨ ਪਾਏ। ਸੱਚੇ ਸਤਿਗੁਰੂ ਤੋਂ ਬਿਨਾਂ ਇਹ ਹੋਰ ਬੜੇ ਕਰਮ ਇਹਨੇ ਕੀਤੇ। ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਕ ਅਹਮ ਬੁੱਧ ਵਾਦੇ ਪਿਆਰੇ ਇਨ ਬਿਦ ਮਿਲਣਾ ਜਾਈ। ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਉੱਥੇ ਮਹਾਰਾਜ ਨੇ ਹੋਰ ਬਹੁਤ ਸਾਰੇ ਕਰਮਾਂ ਦਾ ਅੱਗੇ ਜ਼ਿਕਰ ਕੀਤਾ ਹੈ। ਪਰ ਮਹਾਰਾਜ ਕਹਿੰਦੇ ਉਹ ਸਾਰੇ ਕਰਮ ਕਰਕੇ ਜੀਵ ਥੱਕ ਗਿਆ, ਹੋਰ ਬੰਧਨਾਂ ਵਿੱਚ ਸਗੋਂ ਪੈ ਗਿਆ। ਚਾਰੇ ਕੁੰਡਾਂ ਸੋਧੀਆਂ ਭਾਈ ਬਿਨ ਸਤਿਗੁਰ ਨਾਹੀ ਜਾਏ। ਚਾਰੇ ਕੁੰਡਾਂ ਸਾਰੇ ਪਾਸੇ ਵੇਖ ਲਿਆ, ਸਤਿਗੁਰੂ ਤੋਂ ਬਿਨਾਂ ਹੋਰ ਕੋਈ ਜਗ੍ਹਾ ਹੈ ਹੀ ਨਹੀਂ ਜੋ ਸਾਡੇ ਜੀਵਨ ਵਿੱਚੋਂ ਭਰਮ ਨੂੰ ਅੰਧਕਾਰ ਨੂੰ ਖਤਮ ਕਰੇ, ਸਾਨੂੰ ਬੰਧਨਾਂ ਤੋਂ ਮੁਕਤ ਕਰੇ। ਵਡਭਾਗੀ ਗੁਰ ਪਾਇਆ ਭਾਈ ਹਰਿ ਹਰਿ ਨਾਮ ਤੇ ਆਏ। ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰਾ ਗੁਰੂ ਮਿਲਿਆ ਹੈ ਤੇ ਉਹ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ। ਵਾਹਿਗੁਰੂ ਸਦਾ ਹੀ ਨਿਰਮਲ ਹੈ, ਉਹ ਸੱਚ ਹੈ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਜਿਹੜੀ ਸੋਭਾ ਹੈ ਇਹ ਵੀ ਸਦਾ ਨਿਰਮਲ ਹੈ। ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ। ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਹਰ ਕੋਈ ਨਹੀਂ ਕਰ ਸਕਦਾ। ਇਹ ਜਿਹਦੇ ਤੇ ਬਖਸ਼ਿਸ਼ ਕਰਦਾ ਹੈ, ਕਿਉਂਕਿ ਉਹ ਹਰ ਇੱਕ ਨੂੰ ਇਹ ਆਪਣੀ ਸੋਭਾ ਦੀ ਦਾਤ ਨਹੀਂ ਦਿੰਦਾ। ਕਾਰਨ ਜਿਵੇਂ ਤੁਹਾਡੇ ਘਰ ਦੇ ਵਿੱਚ ਬਹੁਤ ਮਹਿੰਗੀ ਗੱਡੀ ਹੈ ਜਾਂ ਕੋਈ ਵੀ ਮਹਿੰਗੀ ਤੋਂ ਮਹਿੰਗੀ ਵਸਤੂ ਹੈ, ਉਹ ਤੁਸੀਂ ਕਦੇ ਵੀ ਅਣਜਾਣ ਬੇਸਮਝ ਬੱਚੇ ਨੂੰ ਨਹੀਂ ਦੇਵੋਗੇ। ਜਾਂ ਜਿਹੜਾ ਬੱਚਾ ਬੁਰਾਈ ਦੇ ਮਾਰਗ 'ਤੇ ਚੱਲਿਆ ਹੋਇਆ ਹੈ, ਭਾਵੇਂ ਉਹ ਆਪਣਾ ਹੀ ਬੱਚਾ ਹੈ, ਉਹ ਆਪਣੇ ਕੋਲੋਂ ਮੰਗੇ ਆਪਾਂ ਉਹਨੂੰ ਨਹੀਂ ਦੇਵਾਂਗੇ। ਆਪਣਾ ਰਿਸ਼ਤੇਦਾਰ ਹੀ ਹੋਵੇ, ਆਪਣੇ ਕੋਲੋਂ ਗੱਡੀ ਮੋਟਰਸਾਈਕਲ ਮੰਗੇ ਪਰ ਉਹ ਨਸ਼ੇ ਕਰਦਾ ਹੋਵੇ, ਮਾੜੇ ਪਾਸੇ ਤੁਰਿਆ ਹੋਵੇ, ਆਪਾਂ ਉਹਨੂੰ ਨਹੀਂ ਦੇਵਾਂਗੇ। ਕਿਉਂ ਨਹੀਂ ਦੇਵਾਂਗੇ? ਕਿਉਂਕਿ ਸਾਨੂੰ ਪਤਾ ਵੀ ਇਹਨੂੰ ਦੇਵਾਂਗੇ ਕਿਤੇ ਵੇਚ ਦੇਵੇਗਾ, ਕਿਤੇ ਭੰਨ ਤੋੜ ਦੇਵੇਗਾ। ਵਾਹਿਗੁਰੂ ਪਰਮਾਤਮਾ ਆਪਣੀ ਵਡਿਆਈ ਐਸੇ ਲੋਕਾਂ ਨੂੰ ਕਿਉਂ ਨਹੀਂ ਦਿੰਦਾ? ਕਿਉਂਕਿ ਉਹ ਲੋਕ ਆਪਣੀ ਪੂਜਾ ਕਰਨ ਲਾਉਣ ਲੱਗ ਜਾਂਦੇ ਨੇ, ਆਪਣੀ ਪਖੰਡ ਦੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਨੇ। ਇਸ ਕਰਕੇ ਵਾਹਿਗੁਰੂ ਆਪਣੀ ਸੋਭਾ ਛੇਤੀ ਕਰਕੇ ਹਰ ਇੱਕ ਨੂੰ ਨਹੀਂ ਦੇ ਦਿੰਦਾ, ਕਿਉਂਕਿ ਵਾਹਿਗੁਰੂ ਦੀ ਸੋਭਾ ਬੜੀ ਨਿਰਮਲ ਕੀਮਤੀ ਹੈ। ਨਦਰ ਕਰੇ, ਜਿਹਦੇ ਤੇ ਉਹ ਨਦਰ ਕਰ ਦੇਵੇ ਉਹਨੂੰ ਹੀ ਦਿੰਦਾ। ਕੋਟ ਮਦੇ ਜਨ ਪਾਈਐ ਭਾਈ ਵਿਰਲਾ ਕੋਈ ਕੋਏ। ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਉਹਦੇ ਲਾਇਕ ਹੁੰਦਾ ਹੈ, ਤਾਂ ਵਾਹਿਗੁਰੂ ਪਰਮਾਤਮਾ ਉਹਨੂੰ ਫਿਰ ਉਹ ਦਾਤ ਬਖਸ਼ਦਾ। ਨਾਨਕ ਰਤਾ ਸਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਏ। ਮਹਾਰਾਜ ਕਹਿੰਦੇ ਗੁਰਮੁਖ ਸੱਚੇ ਨਾਮ ਦੇ ਵਿੱਚ ਰਤੇ ਹਨ। ਨਾਨਕ ਰਤਾ ਸਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਏ। ਉਹਦੀ ਰਸਨਾ ਤੋਂ ਸੁਣ ਕੇ ਵਾਹਿਗੁਰੂ ਦੀ ਸਿਫਤ ਸਲਾਹ ਦੂਜਿਆਂ ਦਾ ਵੀ ਮਨ ਤਨ ਨਿਰਮਲ ਹੋ ਜਾਂਦਾ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।